मैं हाँ इमरान खान। ਅੱਜ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੇ ਅੰਦਰ ਬੇਅਦਬੀ ਦੀਆਂ ਵੱਧ ਰਹੀਆਂ ਘਟਨਾਵਾਂ ਦੇ ਪਿੱਛੇ ਕਾਰਨ ਕੀ ਹੈ, ਕਿਉਂ ਇਲੈਕਸ਼ਨਾਂ ਤੋਂ ਪਹਿਲਾਂ ਹੀ ਅਜਿਹੀਆਂ ਘਟਨਾਵਾਂ ਜ਼ਿਆਦਾ ਸਾਹਮਣੇ ਆਉਂਦੀਆਂ ਨੇ ਤੇ ਨਾਲ ਹੀ ਗੱਲਬਾਤ ਕਰਾਂਗੇ ਵਿਕਰਮ ਮਜੀਠੀਆ ਨੂੰ ਵੱਡੀ ਰਾਹਤ ਮਿਲੀ ਆ ਤੇ ਹੁਣ ਵਿਕਰਮ ਮਜੀਠੀਆ ਦਾ ਅਗਲਾ ਕਦਮ ਕੀ ਹੋ ਸਕਦਾ, ਕੀ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਹੋਵੇਗੀ ਜਾਂ ਵਿਕਰਮ ਮਜੀਠੀਆ बाहर रहणगे, किस तरह नुकसान होगा, किस तरह का फायदा होगा, इस मामले ते गलबात करांगे ते नाल ही गलबात करांगे कांग्रेस तो बाद हुण बीजेपी दे विच एक रीत शुरू हो चुकी है कि अपने बेटे दे लई टिकट मंगण दी किस दे वल्लों टिकट मंगी गई है ते कित्थों टिकट मंगी गई है। सारे प्रोग्राम दे विच गलबात करांगे ते गलबात करने लई मेरे नाल मौजूद ने प्रोफैसर मनजीत सिंह अणखी जी। सब तो पहला स्वागत करते हैं अणखी साहब, प्रोग्राम च स्वागत है जी। बहुत बहुत शुक्रिया जी इमरान जी, बहुत बहुत शुक्रिया, धन्यवाद। ਅਣਖੀ ਸਾਹਿਬ, ਪਹਿਲਾਂ ਵੀ ਆਪਾਂ ਆਪਣੇ ਕਈ ਪ੍ਰੋਗਰਾਮਾਂ ਦੇ ਵਿੱਚ ਇਹ ਗੱਲਬਾਤ ਕਰ ਚੁੱਕੇ ਹਾਂ, ਵਿਸਥਾਰ ਦੇ ਨਾਲ ਆਪਣੇ ਦਰਸ਼ਕਾਂ ਨਾਲ ਜਾਣਕਾਰੀ ਸਾਂਝੀ ਕਰ ਚੁੱਕੇ ਹਾਂ ਕਿ ਆਖਰ ਇਲੈਕਸ਼ਨਾਂ ਤੋਂ ਪਹਿਲਾਂ ਹੀ ਬੇਅਦਬੀ ਦੀਆਂ ਘਟਨਾਵਾਂ ਕਿਉਂ ਸਾਹਮਣੇ ਆਉਂਦੀਆਂ ਨੇ। ਇੱਕ ਵਾਰ ਫਿਰ ਤੋਂ ਪਹਿਲਾਂ ਹਰਮਿੰਦਰ ਸਾਹਿਬ ਜਿਹੜੀ ਆ ਦਰਬਾਰ ਸਾਹਿਬ ਵਿੱਚ ਬੇਅਦਬੀ ਹੁੰਦੀ ਆ, ਉਸ ਤੋਂ ਬਾਅਦ ਫਿਰ ਦੁਬਾਰੇ ਦਰਬਾਰ ਸਾਹਿਬ ਦੇ ਵਿੱਚ ਵੀ ਬੇਅਦਬੀ ਹੁੰਦੀ ਆ ਤੇ ਨਾਲ ਹੁਣ ਪਟਿਆਲਾ ਦੀ ਗੱਲ ਕਰੀਏ ਤਾਂ ਸ਼ਾਹੀ ਸ਼ਹਿਰ ਪਟਿਆਲਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸ਼ਹਿਰ ਮੰਨਿਆ ਜਾਂਦਾ ਤੇ ਇੱਥੇ ਕਾਲੀ ਮਾਤਾ ਦੇ ਮੰਦਿਰ ਦੇ ਵਿੱਚ ਬੇਅਦਬੀ ਹੋਈ ਆ। ਆਖਰ ਇਲੈਕਸ਼ਨਾਂ ਤੋਂ ਪਹਿਲਾਂ ਹੀ ਕਿਉਂ ਬੇਅਦਬੀਆਂ ਦੀਆਂ ਘਟਨਾਵਾਂ ਵੱਧ ਜਾਂਦੀਆਂ ਨੇ? ਅਮਰਾਨ ਜੀ, ਸਥਿਤੀ ਇਸ ਤਰ੍ਹਾਂ ਦੀ ਹੁੰਦੀ ਕਿ ਜਦੋਂ ਇਲੈਕਸ਼ਨਾਂ ਜਾਂ ਚੋਣਾਂ ਹੁੰਦੀਆਂ ਨੇ ਤਾਂ ਹਰ ਪਾਰਟੀ, ਕੋਈ ਵੀ ਪਾਰਟੀ ਹੋਵੇ, ਹਰ ਪਾਰਟੀ ਦਾ ਮੁੱਦਾ ਜਾਂ ਉਹਨਾਂ ਮੰਤਵ ਇਹ ਹੁੰਦਾ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਾਂ ਸੱਤਾ ਦੇ ਸਿਖਰ ਤੱਕ ਪਹੁੰਚਣਾ ਹੈ ਤੇ ਸੱਤਾ ਦੇ ਸਿਖਰ ਤੱਕ ਪਹੁੰਚਣ ਵਾਸਤੇ ਸਾਮ ਦਾਮ ਡੰਡ ਭੇਦ ਦੀ ਜਿਹੜੀ ਨੀਤੀ ਹੈ ਉਹ ਹਰ ਤਰੀਕੇ ਨਾਲ ਅਪਣਾਈ ਜਾਂਦੀ ਹੈ। ਇਹ ਜੋ ਸਿਲਸਿਲਾ ਅੱਜ ਦੀ ਤਰੀਕ 'ਚ ਤੁਸੀਂ ਦੇਖ ਰਹੇ ਜੇ, ਅੱਜ ਦੀ ਤਰੀਕ 'ਚ ਹੀ ਸਿਲਸਿਲਾ ਨਹੀਂ, ਇਹਨੂੰ ਜੇਕਰ ਪਿਛਲੇ 15 ਜਾਂ 20 ਸਾਲਾਂ ਦੇ ਸੰਬੰਧ ਵਿੱਚ ਵੇਖੋ ਤਾਂ ਇਹ ਸਥਿਤੀਆਂ ਤੁਹਾਨੂੰ ਸਾਫ਼ ਤੌਰ ਤੇ ਨਜ਼ਰ ਆਉਣਗੀਆਂ ਕਿ ਕਿਵੇਂ ਆਪਣੇ ਰਾਜਨੀਤਿਕ ਮਫਾਦ ਵਾਸਤੇ, ਮਫਾਦ ਨੂੰ ਹੱਲ ਕਰਨ ਵਾਸਤੇ ਰਾਜਨੀਤਿਕ ਪਾਰਟੀਆਂ ਇਹੋ ਜਿਹੀਆਂ ਚੀਜ਼ਾਂ ਦਾ ਸਹਾਰਾ ਲੈਂਦੀਆਂ ਰਹੀਆਂ ਨੇ ਜਾਂ ਜਿਹੜੇ ਲੋਕ ਬੇਅਦਬੀ ਦੀਆਂ ਘਟਨਾਵਾਂ ਵਾਸਤੇ ਜ਼ਿੰਮੇਵਾਰ ਹੁੰਦੇ ਰਹੇ ਨੇ ਉਹਨਾਂ ਦੇ ਪਿੱਛੇ ਇਹ ਰਾਜਨੀਤਿਕ ਪਾਰਟੀਆਂ ਕਿਸ ਤਰ੍ਹਾਂ ਖਲੋਂਦੀਆਂ ਨੇ। ਚਲੋ ਗੱਲ ਜ਼ਿਆਦਾ ਲੰਮੀ ਨਾ ਹੋਵੇ, ਇਸ ਤਰ੍ਹਾਂ ਮੈਂ ਸੰਖੇਪ 'ਚ ਗੱਲ ਕਰਾਂਗਾ। 2012 ਜਾਂ 2015 ਜਾਂ 2007 ਦਾ ਉਹ ਇੰਸੀਡੈਂਟ ਜਾਂ ਯਾਦ ਆ ਕਿ ਜਦੋਂ ਪੰਜਾਬ ਇੱਕ ਵਾਰੀ ਫਿਰ ਬਲਦੀ ਦੇ ਬੂਥੇ ਅੱਗੇ ਝੋਕਣ ਵਾਸਤੇ ਤਿਆਰ ਹੋ ਗਿਆ ਸੀ। ਸਰਸੇ ਸੌਦੇ ਵਾਲੇ ਤੇ ਰਾਮ ਰਹੀਮ ਤੇ ਕਈ ਇਲਜ਼ਾਮ ਲੱਗੇ, ਕਿਤੇ ਗੁਰੂ ਗੋਬਿੰਦ ਸਿੰਘ ਵਰਗੇ ਵਸਤਰ ਧਾਰਨ ਕਰਨ ਦੇ ਵੀ ਇਲਜ਼ਾਮ ਲੱਗੇ, ਉਹ ਵੀ ਇੱਕ ਬੇਅਦਬੀ ਦਾ ਵਿਸ਼ਾ ਸੀ। ਫਿਰ 2015 ਚ ਜਾਂ 2017 ਮਤਲਬ ਬਹੁਤ ਕੁਝ ਬੀਤੇ ਦੌਰ ਚ ਅਜਿਹਾ ਕੁਝ ਵਾਪਰਦਾ ਰਿਹਾ, ਪਰ ਉਸ ਸਮੇਂ ਦੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਸੱਤਾ ਦੇ ਕਾਬੂ ਸਨ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਨਜ਼ਰ ਅੰਦਾਜ਼ ਕੀਤਾ ਤੇ ਸ਼ਾਇਦ ਉਹੀ ਸਮਾਂ ਨਜ਼ਰ ਅੰਦਾਜ਼ ਕਰਨ ਕਰਕੇ ਹੀ ਪੰਜਾਬ ਦੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਅੱਜ ਤੱਕ ਰੁਕੀਆਂ ਨਹੀਂ ਹੈ। ਇਹ ਮੈਂ ਬੀਤੇ ਦੀ ਗੱਲ ਜੋੜੀ ਹੈ। ਤਾਂ ਗੱਲ ਤੁਸੀਂ ਜੋ ਕੱਲ ਪਟਿਆਲਾ ਸ਼ਾਹੀ ਸ਼ਹਿਰ ਵਿੱਚ ਹੋਇਆ ਉਸ ਸੰਦਰਭ 'ਚ ਮੈਨੂੰ ਪ੍ਰਸ਼ਨ ਤੁਸੀਂ ਪੁੱਛਿਆ, ਬਿਲਕੁਲ ਜਿਹੜੇ ਵੀਡੀਓ ਸਾਡੇ ਸਾਹਮਣੇ, ਵੀਡੀਓ ਫੁਟੇਜ ਜਿਹੜੇ ਸਾਹਮਣੇ ਆਏ ਨੇ ਉਹਨਾਂ ਦੇ ਅਨੁਸਾਰ ਇੱਕ ਸਧਾਰਨ ਵਿਅਕਤੀ ਜਿਹੜਾ ਉਹ ਮਾਤਾ ਦੇ ਦਰਬਾਰ 'ਚ ਚੜ੍ਹਦਾ ਤੇ ਉੱਥੇ ਮਾਤਾ ਜਿਹੜਾ ਸਰੂਪ ਹੈ ਉਸ ਨੂੰ ਜਾ ਕੇ ਪਕੜਨ ਦਾ ਯਤਨ ਕਰਦਾ। ਕੁਦਰਤੀ ਤੌਰ ਤੇ ਧਾਰਮਿਕ ਮਰਿਆਦਾ ਦੇ ਅਨੁਸਾਰ ਇਹ ਇੱਕ ਬੇਅਦਬੀ ਹੈ। ਇਹ ਉਸੇ ਤਰੀਕੇ ਦੀ ਬੇਅਦਬੀ ਹੈ ਜਿਸ ਤਰੀਕੇ ਦੀ ਦਰਬਾਰ ਸਾਹਿਬ 'ਚ ਬੇਅਦਬੀ ਹੋਈ ਕਿ ਇੱਕ ਆਦਮੀ ਮੱਥਾ ਟੇਕਣ ਜਾਂਦਾ, ਜਿਹੜਾ ਜੰਗਲਾ ਬਣਿਆ, ਜੰਗਲਾ ਮਾਰ ਕੇ ਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਸਰੂਪ ਤੱਕ ਜਾ ਪਹੁੰਚਦਾ ਤਾਂ ਉਸ ਵੇਲੇ ਸੇਵਾਦਾਰਾਂ ਵੱਲੋਂ ਜਿਸ ਤਰੀਕੇ ਨਾਲ ਇਸ ਵੀਡੀਓ ਫੁਟੇਜ ਵਿੱਚ ਮੰਦਿਰ ਦਾ ਜਿਹੜਾ ਪੁਜਾਰੀ ਹੈ ਉਸ ਨੂੰ ਫੜ ਲੈਂਦਾ, ਉਸੇ ਤਰੀਕੇ ਨਾਲ ਉਸ ਵਿਅਕਤੀ ਨੂੰ ਦਰਬਾਰ ਸਾਹਿਬ ਦੀ ਜਿਹੜੀ ਗੱਲ ਕਰ ਰਹੇ ਉਹਦੇ ਵਿੱਚ ਵੀ ਫੜਿਆ ਜਾਂਦਾ। ਇੱਥੇ ਫੜ ਕੇ ਉਸ ਨੂੰ ਪੁਲਿਸ ਦੇ ਹਵਾਲੇ ਕੀਤਾ ਜਾਂਦਾ, ਉੱਥੇ ਫੜ ਕੇ ਜਿਹੜੀਆਂ ਸਿੱਖ ਭਾਵਨਾਵਾਂ ਨੇ, ਸਿੱਖ ਜਥੇਬੰਦੀਆਂ ਜਾਂ ਜਿਹੜੀਆਂ ਨੈਤਿਕ ਜਥੇਬੰਦੀਆਂ ਨੇ ਉਹਨੂੰ ਸੋਧਾ ਲਾ ਦਿੰਦੀਆਂ ਨੇ। ਸੋਧਾ ਸ਼ਬਦ ਮੈਂ ਕੌਮੇ 'ਚ ਬੋਲਦਾ ਜੀ। ਇਹੋ ਜਿਹੀਆਂ ਘਟਨਾਵਾਂ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਘਾਟਾ ਜੀ। ਬਿਲਕੁਲ ਧਾਰਮਿਕ ਮਰਿਆਦਾ ਦੇ ਅਨੁਸਾਰ ਇਹੋ ਜਿਹਾ ਕਰਮ ਜਿਹੜਾ ਹੈ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਵੇ ਉਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਘੱਟ ਹੈਗੀ ਹੈ। ਹੁਣ ਤੁਸੀਂ ਸਵਾਲ ਕੀਤਾ ਕਿ ਇਹੋ ਜਿਹੇ ਸਮੇਂ 'ਚ ਹੀ ਜਦੋਂ ਚੋਣਾਂ ਹੁੰਦੀਆਂ ਨੇ, ਬਿਲਕੁਲ ਜੀ, ਚੋਣਾਂ ਜਦੋਂ ਹੁੰਦੀਆਂ ਨੇ ਸਾਮ ਦਾਮ ਦੰਡ ਭੇਦ ਦੀ ਨੀਤੀ ਜਿਹੜੀ ਅਪਣਾਈ ਜਾਂਦੀ ਆ, ਹਰ ਰਾਜਨੀਤਿਕ ਪਾਰਟੀ ਦਾ ਮਫਾਦ ਇਹੋ ਹੀ ਹੁੰਦਾ ਜਾਂ ਇਹੋ ਨਿਸ਼ਾਨ ਹੁੰਦਾ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸੱਤਾ ਦੇ ਸਿਖਰ ਤੱਕ ਪਹੁੰਚਿਆ ਜਾਵੇ।
ਪਰ ਅਮਰਾਨ ਜੀ ਸਭ ਤੋਂ ਦਿਲਚਸਪ ਗੱਲ ਇਹ ਹੁੰਦੀ ਆ ਕਿ ਇਹੋ ਹੀ ਰਾਜਨੀਤਿਕ ਪਾਰਟੀਆਂ ਬੇਅਦਬੀ ਦੇ ਮੁੱਦੇ ਨੂੰ ਸਭ ਤੋਂ ਵੱਧ ਛਾਲਦੀਆਂ ਨੇ, ਚਾਹੇ ਉਹ ਕੋਈ ਵੀ ਪਾਰਟੀ ਹੋਵੇ, ਚਾਹੇ ਇਹਦੇ ਵਾਸਤੇ ਜ਼ਿੰਮੇਵਾਰ ਕੋਈ ਵੀ ਹੋਵੇ, ਕਿਸੇ ਵੱਲ ਵੀ ਉਂਗਲਾਂ ਪੁੱਟਦੀਆਂ ਹੋਣ ਜਾਂ ਕਥਿਤ ਤੌਰ ਤੇ ਜਿਹੜੀ ਮਰਜ਼ੀ ਜ਼ਿੰਮੇਵਾਰ ਹੋਵੇ, ਸਭ ਤੋਂ ਜ਼ਿਆਦਾ ਰੌਲਾ ਉਹੀ ਪਾਉਂਦੀਆਂ ਨੇ ਕਿ ਬੇਅਦਬੀ ਹੋ ਰਹੀਆਂ ਨੇ। ਇਹੋ ਜਿਹਾ ਸਿਲਸਿਲਾ ਜਿਹੜਾ ਚੋਣਾਂ ਦੇ ਦਿਨਾਂ 'ਚ ਹੀ ਹੁੰਦਾ, ਕਿਉਂਕਿ ਜਿਹੜਾ ਧਰੂਵੀਕਰਨ ਹੈ ਵੋਟਾਂ ਦਾ, ਉਹ ਜ਼ਰੂਰੀ ਹੈ ਕਿ ਧਰੂਵੀਕਰਨ ਕਰਕੇ ਜੇ ਕਿਤੇ ਜਿਹੜਾ ਇਲਾਕਾ ਬਹੁ ਗਿਣਤੀ ਵਾਲਾ, ਉਸ ਇਲਾਕੇ ਦੇ ਵਿੱਚ ਉਹੋ ਜਿਹੀ ਭਾਵਨਾਵਾਂ, ਧਾਰਮਿਕ ਭਾਵਨਾਵਾਂ ਨੂੰ ਭੜਕਾ ਦਿੱਤਾ ਜਾਵੇ ਤਾਂ ਜੋ ਵੋਟਾਂ ਦਾ ਧਰੂਵੀਕਰਨ ਹੋ ਸਕੇ। ਮੈਨੂੰ 2017 ਦੀ ਯਾਦ ਵੀ ਗੱਲ ਆਉਂਦੀ ਹੈ ਕਿ ਪਵਿੱਤਰ ਕੁਰਾਨ ਸ਼ਰੀਫ ਦਾ ਜਿਹੜੀ ਬੇਅਦਬੀ ਸੀ ਉਹ ਮਲੇਰਕੋਟਲੇ 'ਚ ਹੋਈ, ਅਜਨਾਲਾ ਦੇ ਖੇਤਰ ਦੇ ਵਿੱਚ ਪਵਿੱਤਰ ਬਾਈਬਲ ਦੀ ਹੋਈ। ਤਾਂ ਇਹ ਬੀਤੇ ਸਮੇਂ 'ਚ ਕਹਿਣ ਦਾ ਅਰਥ ਹੈ ਕਿ ਕੇਵਲ ਮੰਤਵ ਸਿਰਫ ਇਹ ਹੁੰਦਾ ਕਿ ਵੋਟਾਂ ਦਾ ਧਰੂਵੀਕਰਨ ਕਰਕੇ ਜਿਹੜੀਆਂ ਇੱਕ ਖਾਸ ਵਰਗ ਦੀਆਂ ਵੋਟਾਂ ਨੇ ਉਹਨਾਂ ਨੂੰ ਆਪਣੇ ਹਿੱਤ ਵਿੱਚ ਵਰਤਿਆ ਜਾ ਸਕੇ, ਜੋ ਇੱਕ ਬੇਹੱਦ ਖਤਰਨਾਕ ਵਰਤਾਰਾ ਹੈ ਜਿਹੜੀ ਸਾਂਝੀ ਵਾਰਤਾ ਦੇ ਵਿੱਚ ਇੱਕ ਸਾਹਮਣ ਆਉਣ ਵਾਲਾ। ਪਰ ਜਿਸ ਤਰੀਕੇ ਨਾਲ ਕਹਿੰਦੇ ਕਿ ਰਾਜਨੀਤਿਕ ਪਾਰਟੀਆਂ ਨੂੰ ਕੋਈ ਫਰਕ ਨਹੀਂ ਪੈਂਦਾ, ਉਹਨਾਂ ਨੂੰ ਸੱਤਾ ਪ੍ਰਾਪਤੀ ਜਿਹੜਾ ਮੁੱਖ ਮੰਤਵ ਜਾਂ ਮੁੱਖ ਨਿਸ਼ਾਨਾ ਹੁੰਦਾ, ਉਹਦੇ ਵਾਸਤੇ ਜੇਕਰ ਸਕੇ ਪੁੱਤ ਦੀ ਕੁਰਬਾਨੀ ਦੇਣੀ ਪਵੇ ਤਾਂ ਇਤਿਹਾਸ ਗਵਾਹ ਹੈ ਉੱਥੇ ਇਹੋ ਜਿਹਾ ਕੰਮ ਚੱਲਦਾ ਰਿਹਾ ਹੈ। ਹੁਣ ਜਿਹੜੀ ਇਸ ਪ੍ਰਸ਼ਨ ਦਾ ਦੂਜਾ ਪੱਖ ਜੇ ਮੈਂ ਗੱਲ ਕਰਾਂ ਤਾਂ ਅੱਜ ਕੁਝ ਵੀਡੀਓ ਫੁਟੇਜ ਇਸ ਤਰੀਕੇ ਨਾਲ ਮਿਲੇ ਨੇ ਕਿ ਜਿਹੜਾ ਬੰਦਾ ਜਾਂ ਜਿਸ ਵਿਅਕਤੀ ਰਾਜਜੀਤ ਸਿੰਘ, ਉਸ ਵਿਅਕਤੀ ਦਾ ਨਾਮ ਹੈ ਜਿਹੜਾ ਪਟਿਆਲਾ ਵਿਖੇ ਬੇਅਦਬੀ ਦੇ ਦੋਸ਼ਾਂ ਦੇ ਵਿੱਚ ਫੜਿਆ ਗਿਆ, ਉਹਦੇ ਪਿੰਡ ਵਾਸਤੇ ਜਾ ਕੇ ਜਦੋਂ ਪਤਾ ਕੀਤਾ ਤਾਂ ਉਹ ਪੂਰਨ ਤੌਰ ਤੇ ਇੱਕ ਧਾਰਮਿਕ ਪ੍ਰਵਿਰਤੀ ਦਾ ਪਰਿਵਾਰ ਹੈਗਾ। ਈਵਨ ਕਿ ਉਹਨਾਂ ਦੇ ਘਰ ਦੇ ਵਿੱਚ ਵੀ ਕਾਲੀ ਮਾਤਾ ਦਾ ਮੰਦਿਰ ਹੈਗਾ, ਜਿੱਥੇ ਉਹਦੀ ਮਾਤਾ ਜਿਹੜੀ ਆ ਉਹ ਉੱਥੇ ਪਾਉਣ ਲਾਉਂਦੀ ਹੈ ਜਾਂ ਉੱਥੇ ਚੌਕੀ ਜਿਹੜੀ ਲਾਉਂਦੀ ਆ। ਹੁਣ ਇਹਨਾਂ ਸਥਿਤੀਆਂ ਨੂੰ ਸਮਝਣ ਦੀ ਲੋੜ ਆ ਕਿ ਉਹ ਵਿਅਕਤੀ ਕਿਸੇ ਧਾਰਮਿਕ ਭਾਵਨਾਵਾਂ ਜਾਂ ਇਹੋ ਜਿਹਾ ਜ਼ੋਰ ਜਾਂ ਮਾਨਸਿਕ ਤੌਰ ਤੇ ਕਿਸੇ ਅਸੀਂ ਕਹਿ ਸਕਦੇ ਸ਼ਰਧਾ ਭਾਵਨਾ ਦੇ ਆਧਾਰ ਤੇ ਹੀ ਉਹ ਵਿਅਕਤੀ ਉੱਥੋਂ ਤੱਕ ਜਾ ਪਹੁੰਚਿਆ, ਜਿਸ ਕਰਕੇ ਉਸਨੂੰ ਇਹ ਜਾ ਪਹੁੰਚਿਆ ਤਾਂ ਉਸਨੂੰ ਪਤਾ ਨਹੀਂ ਲੱਗਾ ਕਿ ਉਹਨੇ ਕਿਸ ਤਰੀਕੇ ਨਾਲ ਰੁੱਖ ਅਖਤਿਆਰ ਕਰਨਾ, ਜਾ ਕੇ ਉਸਨੇ ਮਾਤਾ ਜੀ ਦੇ ਸਰੂਪ ਨੂੰ, ਪੁੱਤਰ ਪਾਵਨ ਸਰੂਪ ਨੂੰ, ਜਾਂ ਜਿਹੜੀ ਤਸਵੀਰ ਸੀ, ਫੋਟੋ ਮੂਰਤ ਸੀ, ਉਸਨੂੰ ਕਲਾ ਵਿੱਚ ਲੈਣ ਦੀ ਕੋਸ਼ਿਸ਼ ਕੀਤੀ। ਤਾਂ ਕੁਦਰਤੀ ਤੌਰ ਤੇ ਇਹ ਉਸ ਵਿਅਕਤੀ ਦੀ ਮਾਨਸਿਕ ਪ੍ਰਵਿਰਤੀ ਨੂੰ ਸਮਝਣ ਦੀ ਲੋੜ ਹੈਗੀ ਆ, ਕਿਉਂਕਿ ਜਿਹੜੇ ਪਿੰਡ ਵਾਸੀ ਨੇ ਉਹ ਇਸ ਗੱਲ ਤੇ ਜ਼ੋਰ ਦੇ ਰਹੇ ਆ ਕਿ ਰਾਜਜੀਤ ਸਿੰਘ ਨਾਮ ਦਾ ਵਿਅਕਤੀ ਇਹੋ ਜਿਹੀ ਕੋਈ ਵੀ ਹਰਕਤ ਜਿਹੜੀ ਨਹੀਂ ਕਰ ਸਕਦਾ। ਬਾਕੀ ਇਹ ਜਾਂਚ ਏਜੰਸੀਆਂ ਨੂੰ ਜ਼ਿੰਮੇਵਾਰੀ ਬਣਦੀ ਹੈ, ਚੋਣ ਕਮਿਸ਼ਨ ਦੀ ਜ਼ਿੰਮੇਵਾਰੀ ਬਣਦੀ ਹੈ, ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਭਵਿੱਖ ਦੇ ਵਿੱਚ ਅਜਿਹੀਆਂ ਘਟਨਾਵਾਂ ਨਾ ਹੋਣ। ਇਸ ਕਾਰਨ ਹਰ ਉਹ ਚੀਜ਼ ਜਿਹੜੀ ਕਿਸੇ ਵੀ ਧਰਮ, ਕਿਸੇ ਵੀ ਵਰਗ, ਕਿਸੇ ਵੀ ਕੌਮ, ਕਿਸੇ ਵੀ ਖਿੱਤੇ ਦੀਆਂ ਭਾਵਨਾਵਾਂ ਜਿਹੜੀ ਖਿਲਵਾੜ ਕਰਦੀ ਹੋਵੇ ਤੇ ਜੇਕਰ ਉਹਦੇ ਉੱਤੇ ਕੋਈ ਚੋਟ ਕਰਦਾ ਤਾਂ ਫਿਰ ਉਸ ਦੀ ਜਾਂਚ ਜਿਹੜੀ ਹੈ ਨਿਰਪੱਖ ਤੌਰ ਤੇ ਡੂੰਘਾਈ ਨਾਲ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਸੱਚ ਜਿਹੜਾ ਸਾਹਮਣੇ ਆ ਸਕੇ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਿੱਤਰ ਸਕੇ। ਇਹਦੇ ਵਿੱਚ ਕਿਸੇ ਇੱਕ ਖਾਸ ਵਰਗ ਦੀ ਗੱਲ ਨਹੀਂ ਹੈ, ਸਮੁੱਚੇ ਚਾਰੇ ਧਰਮ ਜਿਹੜੇ ਸਤਿਕਾਰ ਧਰਮ ਨੇ, ਤਾਂ ਕਿਸੇ ਵੀ ਧਰਮ ਤੇ ਅਗਰ ਕੋਈ ਇਹੋ ਜਿਹੀ ਆਂਚ ਆਉਂਦੀ ਆ ਜਾਂ ਮਰਿਆਦਾ ਖੰਡਿਤ ਕਰਨ ਦਾ ਸਵਾਲ ਆਉਂਦਾ, ਪ੍ਰਸ਼ਨ ਪੈਦਾ ਹੁੰਦਾ, ਤਾਂ ਉਸ ਦੀ ਜਾਂਚ ਜਿਹੜੀ ਨਿਰਪੱਖ ਤੌਰ ਤੇ ਡੂੰਘਾਈ ਨਾਲ ਹੋਣੀ ਚਾਹੀਦੀ ਹੈ। ਪਰ ਇਹਦੇ ਨਾਲ ਹੀ ਨਾਲ ਉਹ ਚੀਜ਼ ਨੂੰ ਵੀ ਸਮਝਣਾ ਚਾਹੀਦਾ ਕਿ ਕਿਤੇ ਇਹਦੇ ਪਿੱਛੇ ਰਾਜਨੀਤੀ ਤਾਂ ਨਹੀਂ ਹੋ ਰਹੀ। ਜੀ ਅਮਰਾਨ ਜੀ, ਬਿਲਕੁਲ ਬਿਲਕੁਲ ਅਣਖੀ ਸਾਹਿਬ, ਇਹ ਗੱਲ ਵੀ ਸਾਫ਼ ਜਿਹੜੀ ਆ ਸਮਝ ਆਉਂਦੀ ਆ, ਲੋਕ ਵੀ ਚੰਗੀ ਤਰ੍ਹਾਂ ਜਾਣੂ ਹੋ ਚੁੱਕੇ ਨੇ ਕਿ ਜਿਵੇਂ ਕੋਈ ਮੁੱਦਾ ਚੱਲਦਾ ਹੁੰਦਾ, ਜਿਵੇਂ ਹੁਣ ਇਲੈਕਸ਼ਨਾਂ ਦਾ ਸਮਾਂ, ਲੋਕ ਆਪਣੇ ਮੁੱਦਿਆਂ ਦੀ ਗੱਲ ਕਰਦੇ ਨੇ ਕਿ ਜਿਹੜੀ 2015 ਦੇ ਵਿੱਚ ਬੇਅਦਬੀ ਹੋਈ ਸੀ ਉਸ ਦਾ ਇਨਸਾਫ ਨਹੀਂ ਮਿਲਿਆ, ਨਸ਼ਿਆਂ ਨੂੰ ਖਤਮ ਕਰਨ ਦੀ ਗੱਲ ਹੋਈ ਸੀ ਉਹ ਹਾਲੇ ਤੱਕ ਖਤਮ ਨਹੀਂ ਹੋਏ, ਬੇਰੁਜ਼ਗਾਰੀ ਖਤਮ ਕਰਨ ਦੀ ਗੱਲ ਕਰੀ ਸੀ ਉਹ ਹਾਲੇ ਖਤਮ ਨਹੀਂ ਹੋਈ। ਪਰ ਲੋਕ ਜਿਹੜੇ ਨੇ ਉਹ ਸਵਾਲ ਪੁੱਛਦੇ ਨੇ ਸਿਆਸਤਦਾਨਾਂ ਤੋਂ, ਕਿਤੇ ਸਿਆਸੀ ਮੁਫਾਦ ਦੇ ਲਈ ਅਜਿਹਾ ਕੁਝ ਕਰਵਾਇਆ ਜਾਂਦਾ, ਸਿਆਸੀ ਲਾਹੇ ਦੇ ਲਈ ਅਜਿਹਾ ਕੁਝ ਹੁੰਦਾ ਕਿ ਜਿਹੜੇ ਪੁਰਾਣੇ ਮੁੱਦੇ ਨੇ ਉਹ ਦਬ ਜਾਣ, ਬਲਕਿ ਨਵੇਂ ਮੁੱਦੇ ਉੱਭਰ ਜਾਣ, ਤਾਂ ਜੋ ਲੋਕਾਂ ਦਾ ਧਿਆਨ ਭੜਕਾ ਕੇ ਉਧਰੋਂ ਧਿਆਨ ਹਟਾ ਕੇ ਇਧਰਲੇ ਪਾਸੇ ਲਗਾ ਦਿੱਤਾ ਜਾਵੇ। ਅਜਿਹਾ ਵੀ ਹੁੰਦਾ? ਅਮਰਾਨ ਜੀ ਦੇਖੋ, ਮੈਂ ਤਾਂ ਸਟਾਰਟ ਤੇ ਇਹ ਗੱਲ ਕੀਤੀ ਤੁਹਾਡੇ ਪਹਿਲੇ ਪ੍ਰਸ਼ਨ ਦੇ ਜਵਾਬ ਦੇਣ ਲੱਗਿਆ ਗੱਲ ਕੀਤੀ ਕਿ ਰਾਜਨੀਤੀ ਦੇ ਵਿੱਚ ਸਾਮ ਦਾਮ ਦੰਡ ਭੇਦ ਹਰ ਨੀਤੀ ਜਿਹੜੀ ਹੈ ਉਹ ਅਪਣਾਈ ਜਾਂਦੀ ਹੈ, ਤੇ ਜਿਸ ਦਾ ਮੁੱਖ ਮੰਤਵ ਇਹ ਹੁੰਦਾ ਕਿ ਰਾਜਨੀਤੀ ਦੀ ਜਿਹੜੀ ਕੁਰਸੀ ਹੈ ਜਾਂ ਜਿਹੜਾ ਸੱਤਾ ਦਾ ਸਿਖਰ ਹੈ ਉੱਥੋਂ ਤੱਕ ਪਹੁੰਚਣਾ, ਉਹਦੇ ਵਾਸਤੇ ਦੰਗੇ, ਧਾਰਮਿਕ ਭਾਵਨਾਵਾਂ ਨੂੰ ਭੜਕਾ ਕੇ ਭਰਾ ਦਾ ਕਤਲ ਜਾਂ ਹੋਰ ਇਹੋ ਜਿਹਾ ਬਹੁਤ ਕੁਝ ਬੀਤੇ ਦੌਰ 'ਚ ਵੀ ਵੇਖਣ ਨੂੰ ਮਿਲਦਾ ਰਿਹਾ ਤੇ ਅੱਜ ਦੇ ਦੌਰ 'ਚ ਵੀ ਵੇਖਣ ਨੂੰ ਮਿਲਦਾ ਪਿਆ। ਤੇ ਅਮਰਾਨ ਜੀ, ਭਵਿੱਖ ਦੇ ਵਿੱਚ ਵੀ ਅਜਿਹੀ ਨੀਤੀ ਜਿਹੜੀ ਆ ਉਹ ਵੇਖਣ ਨੂੰ ਮਿਲਦੀ ਰਹਿਣੀ ਆ, ਕਿਉਂਕਿ ਭਾਰਤ ਦੀ ਤਰਾਸਦੀ ਇਹ ਹੈ ਕਿ ਭਾਰਤ ਦੇ ਲੋਕ ਜਿਹੜੇ ਨੇ ਬੜੀ ਧਾਰਮਿਕ ਮਾਨਸਿਕਤਾ ਵਾਲੇ ਲੋਕ ਨੇ। ਇਹਨਾਂ ਲੋਕਾਂ ਨੂੰ ਕੋਈ ਫਰਕ ਨਹੀਂ ਮਿਲਦਾ ਕਿ ਇਹਨਾਂ ਦੇ ਮੁੱਦੇ ਹੱਲ ਹੋਣ, ਨਹੀਂ ਹੁੰਦੇ ਨਾ ਹੋਣ, ਇਹਨਾਂ ਨੂੰ ਰੋਟੀ ਮਿਲਦੀ ਆ, ਇਹਨਾਂ ਦੇ ਬੱਚਿਆਂ ਨੂੰ ਰੁਜ਼ਗਾਰ ਮਿਲਦਾ ਨਹੀਂ ਮਿਲਦਾ
नहीं ਹੁੰਦਾ कोई गल नहीं, पर इन्हां दे मंदिर मस्जिद गुरुद्वारे वो सुरक्षित रहने चाहिए। बस जेकर वो सुरक्षित ने तो फिर ये लोग अपनियां जिम्मेवारियों नूं भुल जाते जां अपनियां उन्हां चीज़ां नूं भुल जाते हैं कि ਜਿਹੜੀਆਂ ਇਹਨਾਂ ਨੂੰ ਭਵਿੱਖ ਦੇ ਵਿੱਚ ਜਾ ਕੇ ਜਿਨ੍ਹਾਂ ਦਾ ਇਹਨਾਂ ਨੂੰ ਸਾਹਮਣਾ ਕਰਨਾ ਪੈਣਾ। ਇਹਨਾਂ ਵਾਸਤੇ ਕੇਵਲ ਭਾਰਤ ਦੇ, ਮੈਂ ਇੱਕ ਵਰਗ ਦੀ ਗੱਲ ਨਹੀਂ ਕਰ ਰਿਹਾ, ਭਾਰਤ ਦੇ ਸਮੁੱਚੇ ਲੋਕਾਂ ਦੀ ਗੱਲ ਕਰ ਰਿਹਾ। ਇਹਨਾਂ ਵਾਸਤੇ ਮੰਦਰ ਮਸਜਿਦ ਗੁਰਦੁਆਰਾ ਮਸੀਤ ਸਭ ਝਗੜੇ ਉੱਥੋਂ ਤੱਕ ਨੇ, ਜੇਕਰ ਉਹ ਸੁਰੱਖਿਅਤ ਨੇ ਤਾਂ ਠੀਕ ਹੈ, ਫਿਰ ਕੋਈ ਗੱਲ ਨਹੀਂ, ਰੋਟੀ ਮਿਲਦੀ ਆ, ਨਹੀਂ ਮਿਲਦੀ ਨਾ ਮਿਲੇ, ਪਰ ਇਹ ਜਿਹੜਾ ਵਰਤਾਰਾ ਹੈ ਇਸ ਵਰਤਾਰੇ ਤੋਂ ਉੱਪਰ ਉੱਠਣ ਦੀ ਲੋੜ ਹੈਗੀ ਆ। ਕਿਉਂਕਿ ਅੱਜ ਤੱਕ ਪਿਛਲੇ 70 ਸਾਲਾਂ 'ਚ 1947 ਤੋਂ ਲੈ ਕੇ ਹੁਣ ਤੱਕ ਜੇਕਰ ਭਾਰਤ ਦੇ ਲੋਕਤੰਤਰੀ ਇਤਿਹਾਸ ਦੀ ਗੱਲ ਕੀਤੀ ਜਾਵੇ ਜਾਂ ਵੇਖਿਆ ਜਾਵੇ ਤਾਂ ਜ਼ਿਆਦਾ ਚਿਰ ਹਰ ਚੋਣਾਂ, ਚਾਹੇ ਉਹ ਲੋਕ ਸਭਾ ਦੀਆਂ ਚੋਣਾਂ ਹੋਣ ਚਾਹੇ ਕਿਸੇ ਰਾਜ ਦੀਆਂ ਚੋਣਾਂ ਹੋਣ, ਉੱਥੇ ਧਾਰਮਿਕ ਮੁੱਦੇ ਹੀ ਭਰ ਹੋਏ ਆ। ਤੇ ਧਾਰਮਿਕ ਮੁੱਦਿਆਂ ਦੇ ਵਿੱਚ ਜਿਹੜੇ ਸਾਡੇ ਸਧਾਰਨ ਸ਼ਹਿਰੀ ਨੇ ਜਾਂ ਸਧਾਰਨ ਲੋਕ ਨੇ ਉਹ ਜਲਦੀ ਉਲਝ ਜਾਂਦੇ ਆ। ਪਰ ਇਸ ਸਭ ਤੋਂ ਬਚਣ ਦੀ ਲੋੜ ਆ। ਜੇਕਰ ਬਚਾਂਗੇ ਤਾਂ ਹੀ ਇੱਕ ਨਿੱਘਰ ਤੇ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕੇਗੀ, ਜਿਹਦੇ ਵਿੱਚ ਹਰ ਉਸ ਬੱਚੇ ਦਾ ਭਵਿੱਖ ਸੁਰੱਖਿਅਤ ਹੋਵੇਗਾ ਜਿਹੜਾ ਅੱਜ ਬੱਚਾ ਕੱਲ ਨੂੰ ਉਹਨੇ ਜਵਾਨ ਹੋਣਾ ਤੇ ਫਿਰ ਪਰਸੋਂ ਨੂੰ ਉਹਨੇ ਬਜ਼ੁਰਗ ਹੋਣਾ। ਉਹ ਸਮਾਜ ਚਾਹੀਦਾ ਜਿਹਦੇ ਵਿੱਚ ਮੁੱਦੇ ਹੱਲ ਹੋਣ, ਜਿਨ੍ਹਾਂ ਵਿੱਚ ਲੋਕਾਂ ਦੀਆਂ ਲੋੜਾਂ ਹੱਲ ਹੋਣ, ਲੋਕਾਂ ਨੂੰ ਸੜਕਾਂ ਤੇ ਜਾ ਕੇ ਆਪਣੇ ਹੱਕ ਮੰਗਣੇ ਨਾ ਪੈਣ। ਅਜਿਹੇ ਸਮਾਜ ਦੀ ਲੋੜ ਆ। ਤੇ ਇਹ ਤਾਂ ਹੀ ਹੈ ਕਿ ਜੇਕਰ ਅਸੀਂ ਆਪਣੇ ਧਾਰਮਿਕ ਵਰਤਾਰੇ ਤੋਂ ਉੱਤੇ ਉੱਠ ਕੇ ਇੱਕ ਸਹੀ ਤੇ ਗਲਤ ਦਾ ਫੈਸਲਾ ਕਰਨ ਦੇ ਸਮਰੱਥ ਹੋ ਸਕਾਂਗੇ। ਜੀ ਇਮਰਾਨ ਜੀ, ਮਜੀਠੀਆ ਦੀ ਗੱਲ ਕਰੀਏ, ਬਿਕਰਮ ਮਜੀਠੀਆ ਨੂੰ ਹਾਈ ਕੋਰਟ ਤੋਂ 3 ਦਿਨ ਦੇ ਲਈ ਥੋੜੀ ਰਾਹਤ ਜ਼ਰੂਰ ਮਿਲੀ ਆ ਕਿ ਉਹਨਾਂ ਦੀ ਗ੍ਰਿਫਤਾਰੀ ਦੇ ਉੱਤੇ ਜਿਹੜੀ ਆ ਰੋਕ ਲਗਾ ਦਿੱਤੀ, ਕਿਉਂਕਿ ਬਿਕਰਮ ਮਜੀਠੀਆ ਨੇ ਸੁਪਰੀਮ ਕੋਰਟ ਦਾ ਰੁਖ ਇਖਤਿਆਰ ਕਰ ਲਿਆ। ਤੇ ਸਵਾਲ ਇਹ ਆ ਕਿ ਜੇਕਰ ਬਿਕਰਮ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਵੀ ਝਟਕਾ ਮਿਲ ਜਾਂਦਾ, ਜੇਕਰ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਹੋ ਜਾਂਦੀ ਆ ਤਾਂ ਅਕਾਲੀ ਦਲ ਨੂੰ ਇਸ ਦਾ ਕਿੰਨਾ ਕੁ ਨੁਕਸਾਨ ਹੋਵੇਗਾ, ਕਿਉਂਕਿ ਇਲੈਕਸ਼ਨਾਂ ਦਾ ਸਮਾਂ, ਇਲੈਕਸ਼ਨਾਂ ਦੇ ਵਿੱਚ ਵੱਧ ਚੜ ਕੇ ਜਿਹੜਾ ਆ ਉੱਥੇ ਮਜੀਠੀਆ ਦੀ ਗੱਲ ਕਰੀਏ ਤਾਂ ਮਜੀਠਾ ਹਲਕੇ ਦੇ ਵਿੱਚ ਬਿਕਰਮ ਮਜੀਠੀਆ ਦਾ ਕਾਫੀ ਦਬਦਬਾ, ਚੋਣ ਪ੍ਰਚਾਰ ਦੇ ਵਿੱਚ ਸਭ ਤੋਂ ਜ਼ਿਆਦਾ ਬਿਕਰਮ ਮਜੀਠੀਆ ਬਾਹਰ ਰਹਿੰਦੇ ਨੇ। ਤੇ ਕਿੰਨਾ ਕੁ ਨੁਕਸਾਨ ਹੋਵੇਗਾ ਜੇਕਰ ਗ੍ਰਿਫਤਾਰੀ ਹੁੰਦੀ ਹੈ, ਜੇਕਰ ਝਟਕਾ ਮਿਲਦਾ? ਦੇਖੋ ਇਮਰਾਨ ਜੀ, ਜਿਸ ਤਰੀਕੇ ਨਾਲ ਬਿਕਰਮਜੀਤ ਸਿੰਘ ਮਜੀਠੀਆ ਦੀ ਕੱਲ੍ਹ ਜ਼ਮਾਨਤ ਅਰਜ਼ੀ ਰੱਦ ਹੋਈ, ਉਹਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਬਹੁਤ ਵੱਡਾ ਝਟਕਾ ਜਿਹੜਾ ਉਹ ਮਿਲਦਾ, ਉਹ ਝਟਕਾ ਲੱਗਦਾ ਖਾਸ ਤੌਰ ਤੇ ਮਜੀਠੀਆ ਨੂੰ। ਔਰ ਅੱਜ ਜਿਸ ਤਰੀਕੇ ਨਾਲ ਮਜੀਠੀਆ ਦੀ ਗ੍ਰਿਫਤਾਰੀ ਵਾਸਤੇ ਉਹਨਾਂ ਦੀ ਕੋਠੀ ਦੇ, ਉਸੇ ਕੋਠੀ ਤੇ ਜਿੱਥੇ ਕਦੇ ਜਿਸ ਨੂੰ ਉਹ ਜ਼ਮਾਨਤ ਤੇ ਰਿਹਾ ਹੋ ਕੇ ਆਏ ਤੇ ਜਿਸ ਤਰੀਕੇ ਨਾਲ ਉਹਨਾਂ ਦੀ ਕੋਠੀ ਦੇ ਢੋਲ ਵੱਜੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਉੱਥੇ ਭੰਗੜੇ ਪਾਏ ਤੇ ਬਾਅਦ ਚ ਮਜੀਠੀਆ ਸਾਹਿਬ ਨੇ ਉੱਥੋਂ ਪ੍ਰੈਸ ਕਾਨਫਰੰਸਾਂ ਕਰਕੇ ਆਪਣੇ ਆਪ ਨੂੰ ਇੱਕ ਹੀਰੋ ਬਣਾਉਣ ਦਾ ਯਤਨ ਕੀਤਾ, ਤਾਂ ਅੱਜ ਉਸੇ ਹੀ ਕੋਠੀ ਦੇ ਉੱਤੇ ਜਿਸ ਤਰੀਕੇ ਨਾਲ ਰੇਡ ਹੋਇਆ ਔਰ ਬਕਾਇਦਾ ਤੌਰ ਤੇ ਉਸਦੀ ਵੀਡੀਓਗ੍ਰਾਫੀ ਕੀਤੀ ਗਈ, ਝਟਕਾ ਤਾਂ ਇਮਰਾਨ ਜੀ ਹੈ। ਝਟਕਾ ਤਾਂ ਬਹੁਤ ਜ਼ਬਰਦਸਤ ਝਟਕਾ ਲੱਗਾ, ਕਿਉਂਕਿ ਅੱਜ ਤੋਂ 3 ਦਿਨ ਪਹਿਲਾਂ ਜਾਂ 2 ਦਿਨ ਪਹਿਲਾਂ ਇਹੋ ਮਜੀਠੀਆ ਸਾਹਿਬ ਸੀ ਕਿ ਪੂਰਨ ਤੌਰ ਤੇ ਹਮਲਾਵਰ ਰੁੱਖ ਅਪਣਾ ਕੇ ਜਿੱਥੇ ਚਰਨਜੀਤ ਸਿੰਘ ਚੰਨੀ ਨੂੰ ਆਪਣੇ ਘੇਰੇ ਵਿੱਚ ਲੈ ਰਹੇ ਸੀ, ਉੱਥੇ ਪੰਜਾਬ ਦੇ ਹਰ ਮੁੱਦੇ ਤੇ ਆਪਣੀ ਵਿਭਾਗੀ ਨਾਲ ਰਾਏ ਦੇ ਰਹੀ। ਤੇ ਕੱਲ ਦੀ ਗੱਲ ਹੈ ਕਿ ਕੱਲ ਦੀ ਜ਼ਮਾਨਤ ਰੱਦ ਹੋਈ ਆ ਤੇ ਅੱਜ ਮਜੀਠੀਆ ਸਾਹਿਬ ਰੂਪੋਸ਼ ਹੋ ਗਏ ਆ। ਨਾ ਅੱਜ ਵਿਰਸਾ ਸਿੰਘ ਵਲਟੋਆ ਬੋਲਦਾ ਪਿਆ, ਨਾ ਦਲਜੀਤ ਸਿੰਘ, ਡਾਕਟਰ ਦਲਜੀਤ ਸਿੰਘ ਹੁਣੀ ਬੋਲਦੇ ਪਏ ਆ, ਤੇ ਨਾ ਸੁਖਬੀਰ ਬਾਦਲ ਹੋਣਾ ਸਟੇਟਮੈਂਟ ਦਿੱਤੀ, ਪਰ ਨਾ ਖੁੱਲ ਕੇ ਉਹ ਵੀ ਸਾਹਮਣੇ ਨਹੀਂ ਆਏ। ਨਿਰਸੰਦੇਹ ਇੱਕ ਝਟਕਾ ਸੀ ਜਿਹੜਾ ਹਾਈ ਕੋਰਟ ਵੱਲੋਂ ਕੱਲ ਮਜੀਠੀਆ ਸਾਹਿਬ ਨੂੰ ਦਿੱਤਾ ਗਿਆ। ਹੁਣ 3 ਦਿਨ ਦੀ ਰਾਹਤ ਦੀ ਗੱਲ ਕਿ ਠੀਕ ਆ, ਕਾਨੂੰਨ ਹਰ ਬੰਦੇ ਨੂੰ ਕਹਿੰਦਾ ਕਿ ਆਪਣੇ ਤੁਸੀਂ ਅਧਿਕਾਰਾਂ ਦੀ ਸੁਰੱਖਿਆ ਵਾਸਤੇ ਜਦੋਂ ਤੱਕ ਅਪਰੋਚ ਕਰ ਸਕਦੇ ਤੁਸੀਂ ਕਰ ਸਕਦੇ। 3 ਦਿਨ ਦਾ ਸਮਾਂ ਦਿੱਤਾ ਗਿਆ ਤਾਂ ਜੋ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਆਪਣਾ ਪੱਖ ਰੱਖ ਸਕੋ ਤੇ ਉੱਥੋਂ ਤੁਸੀਂ ਰਾਹਤ ਜਿਹੜੀ ਆ ਉਹ ਲੈ ਸਕੋ। ਹੁਣ ਪ੍ਰਸ਼ਨ ਇਹ ਮੁੱਕਦਾ ਕਿ ਸੁਪਰੀਮ ਕੋਰਟ ਵੱਲੋਂ ਜਿਹੜੀ ਕਾਨੂੰਨੀ ਦਾਅਵੇ ਦੇ ਆਧਾਰ ਤੇ ਕੀ ਰਾਹਤ ਮਿਲਦੀ ਹੈ, ਕਿਉਂਕਿ ਜੇਕਰ ਹਾਈ ਕੋਰਟ ਨੇ ਉਹ ਪਹਿਲਾਂ ਤਾਂ ਸੈਸ਼ਨ ਕੋਰਟ ਨੇ ਮੋਹਾਲੀ ਦੀ ਜਿਹੜੀ ਸੈਸ਼ਨ ਕੋਰਟ ਸੀ ਉਸਨੇ ਜ਼ਮਾਨਤ ਨੂੰ ਰੱਦ ਕੀਤਾ, ਫਿਰ ਹਾਈ ਕੋਰਟ ਚ ਗਏ, ਹਾਈ ਕੋਰਟ ਨੇ 2 ਵਾਰੀ ਫੈਸਲਾ ਰਾਖਵਾਂ ਰੱਖਿਆ, ਫਿਰ ਤੀਜੀ ਵਾਰੀ ਅੰਤਰਮ ਜ਼ਮਾਨਤ ਦਿੱਤੀ, ਜਿਸ ਦੀ ਫਾਈਨਲ ਜਿਹੜੀ ਉਹ ਕੱਲ ਸੀ ਤਾਂ ਕੱਲ ਹਾਈ ਕੋਰਟ ਨੇ ਰੱਦ ਕਰਤੀ। ਤਾਂ ਇਹ ਕੁਦਰਤੀ ਹੈ, ਜੋ ਕੁਝ ਸੁਪਰੀਮ ਕੋਰਟ ਚ ਬਣਨਾ ਉਹ ਸਾਹਮਣੇ ਦਿਖਾਈ ਦੇ ਰਿਹਾ। NDPS ਦੇ ਐਕਟ ਦੇ ਅਨੁਸਾਰ ਜਿਹੜਾ ਇਹ ਪਰਚਾ ਦਰਜ ਕੀਤਾ ਗਿਆ, ਇਸ ਦੀਆਂ ਧਾਰਾਵਾਂ ਜਿਹੜੀਆਂ ਬੜੀਆਂ ਸਖਤ ਨੇ। ਖੈਰ ਇਹ ਇੱਕ ਵੱਖਰਾ ਪਾਕਾ ਤੇ ਤੁਹਾਡਾ ਪ੍ਰਸ਼ਨ ਇਹ ਸੀ ਕਿ ਇਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਫਰਕ ਪਏਗਾ। ਕੁਦਰਤੀ ਤੌਰ ਤੇ ਜੇਕਰ ਸੁਪਰੀਮ ਕੋਰਟ ਤੋਂ ਵੀ ਆਪਣੇ ਬਿਕਰਮ ਮਜੀਠੀਆ ਨੂੰ ਰਾਹਤ ਨਹੀਂ ਮਿਲਦੀ ਤਾਂ ਜਿਹੜੀ 31 ਤਰੀਕ ਤੱਕ ਜਿਹੜੀ ਕਾਗਜ਼ ਦਾਖਲ ਕਰਨ ਦੀ ਪ੍ਰਵਿਰਤੀ ਹੈਗੀ, ਕਾਗਜ਼ ਤਾਂ ਦਾਖਲ ਕਰਨੇ, ਕਾਗਜ਼ ਤਾਂ ਚਲੋ ਕੋਈ ਵੀ ਦਾਖਲ ਜਿਹੜੇ ਕਰਵਾ ਸਕਦੇ ਆ, ਪਰ ਜਿਸ ਤਰੀਕੇ ਨਾਲ ਮਜੀਠੀਆ ਸਾਹਿਬ ਨੇ ਖੁਦ ਜਾ ਕੇ ਕਾਗਜ਼ ਦਾਖਲ ਕਰਾਉਣੇ ਹੋਣ, ਜਿਸ ਤਰੀਕੇ ਨਾਲ ਇੱਕ ਲਾਮ ਲਸ਼ਕਰ ਜਾਂਦਾ ਜਾਂ ਹੋਰ ਲੋਕ ਜਾਂਦੇ, ਇੱਕ ਪ੍ਰਭਾਵ ਦਿੱਤਾ ਜਾਂਦਾ ਕਿ ਮਾਝੇ ਦਾ ਜਰਨੈਲ ਆ ਰਿਹਾ, ਤਾਂ ਉਹੀ ਮਾਝੇ ਦਾ ਜਰਨੈਲ ਜੇਕਰ ਹੁਣ
ਲੁਕ ਛੁਪ ਕੇ ਆਪਣੇ ਕਾਗਜ਼ ਦਾਖਲ ਕਰਦੇ ਨੇ ਤੇ ਜੇਕਰ ਸੁਪਰੀਮ ਕੋਰਟ ਵੱਲੋਂ ਰਾਹਤ ਨਹੀਂ ਮਿਲਦੀ ਤਾਂ ਫਿਰ ਸਥਿਤੀਆਂ ਕਿਹੋ ਜਿਹੀਆਂ ਗੰਭੀਰ ਹੋਣਗੀਆਂ। ਤਾਂ ਇਹ ਤਾਂ ਮਜੀਠੀਆ ਸਾਹਿਬ ਜਾਣਦੇ ਜਾਂ ਪੰਜਾਬ ਦੇ ਲੋਕ ਜਾਣਦੇ ਆ। ਕੁਦਰਤੀ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਵਾਸਤੇ ਇੱਕ ਬੜੀ ਜ਼ਬਰਦਸਤ ਸੱਟ ਜਿਹੜੀ ਹੈਗੀ ਆ। ਇੱਕ ਪਾਸੇ ਆਪਾਂ ਇਸ ਤੋਂ ਵੀ ਅੱਗੇ ਜਾ ਕੇ ਗੱਲ ਕਰਦੇ ਹਾਂ ਕਿ ਜੇਕਰ ਸੁਪਰੀਮ ਕੋਰਟ ਰਾਹਤ ਦੇ ਦਿੰਦੀ ਹੈ ਤਾਂ ਕੀ ਮਜੀਠੀਆ ਸਾਹਿਬ ਉਸ ਤਰੀਕੇ ਦੇ ਨਾਲ ਹਮਲਾਵਰ ਰੁਖ ਅਪਣਾ ਸਕਣਗੇ, ਆਪਣੀਆਂ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਆਪਣੇ ਨਿਸ਼ਾਨੇ ਤੇ ਲੈ ਸਕਣਗੇ ਜਿਸ ਤਰੀਕੇ ਨਾਲ ਬੀਤੇ ਦੌਰ 'ਚ ਨਿੰਦੇ ਰਹੇ ਆ। ਕਹਿਣ ਦਾ ਅਰਥ ਇਹ ਆ ਕਿ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਨੂੰ ਉਹ ਪ੍ਰਸ਼ਨ ਨਹੀਂ ਪੁੱਛਣਗੇ, ਮਾਫ ਕਰਨਾ, ਵਿਰੋਧੀ ਪਾਰਟੀਆਂ ਕੀ ਉਹਨਾਂ ਨੂੰ ਪ੍ਰਸ਼ਨ ਨਹੀਂ ਪੁੱਛਣਗੀਆਂ ਕਿ ਜਦੋਂ ਉਹਨਾਂ ਉੱਤੇ ਹਾਈ ਕੋਰਟ ਦੀ ਜ਼ਮਾਨਤ ਰੱਦ ਹੁੰਦੀ ਹੈ ਤਾਂ ਉਹ ਰੂਪੋਸ਼ ਕਿਉਂ ਹੋ ਜਾਂਦੇ ਆ, ਉਹ ਆਪਣੀ ਜ਼ਿੰਮੇਵਾਰੀ ਕਿਉਂ ਨਹੀਂ ਸਾਹਮਣੇ ਕਰਦੇ, ਕਿ ਉਹ ਆਤਮ ਸਮਰਪਣ ਕਰਕੇ ਕਿਉਂ ਨਹੀਂ ਲੋਕਾਂ ਦੇ ਜਾਂ ਪ੍ਰਸ਼ਾਸਨ ਦੇ ਜਾਂ ਪੁਲਿਸ ਦੇ ਸਵਾਲਾਂ ਦਾ ਜਵਾਬ ਦਿੰਦੇ। ਸੋ ਕੁਦਰਤੀ ਤੌਰ ਤੇ ਇਹ ਜਿਹੜੀ ਅੱਜ ਦੀ ਸਥਿਤੀ ਆ, ਮਜੀਠੀਆ ਸਾਹਿਬ ਬੜੇ ਇੱਕ ਗੁੰਝਲਦਾਰ ਸਥਿਤੀ ਵਿੱਚ ਫਸੇ ਆ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਤਗੜਾ ਝਟਕਾ ਜਿਹੜਾ ਇਹਦੇ ਸਬੰਧ ਵਿੱਚ ਲੱਗ ਸਕਦਾ ਔਰ ਲੱਗ ਵੀ ਰਿਹਾ ਜੀ। ਗੱਲ ਕੀਤੀ ਜਾਵੇ ਕਾਂਗਰਸ ਦੀ, ਕਾਂਗਰਸ ਦੇ ਕਈ ਮੰਤਰੀ ਜਿਵੇਂ ਆਪਣੇ ਪਰਿਵਾਰ ਦੇ ਲਈ ਟਿਕਟਾਂ ਜਿਹੜੀਆਂ ਮੰਗ ਰਹੇ ਸੀ ਤੇ ਇਹੀ ਰੀਤ ਹੁਣ ਬੀਜੇਪੀ ਦੇ ਵਿੱਚ ਵੀ ਦੇਖਣ ਨੂੰ ਮਿਲ ਰਹੀ ਆ। ਬੀਜੇਪੀ ਦੇ ਵਿੱਚ ਕਾਂਗਰਸ ਛੱਡ ਕੇ ਗਏ ਫਤਿਹ ਜੰਗ ਬਾਜਵਾ ਦੇ ਵੱਲੋਂ ਵੀ ਆਪਣੇ ਮੁੰਡੇ ਦੇ ਲਈ ਟਿਕਟ ਮੰਗੀ ਜਾ ਰਹੀ ਆ ਕਿ ਕਾਦੀਆਂ ਸੀਟ ਤੋਂ ਉਹਨਾਂ ਨੂੰ ਟਿਕਟ ਦਿੱਤੀ ਜਾਵੇ। ਦੇਖੋ ਮਹਾਰਾਜ ਜੀ, ਇਹ ਜਿਹੜੀ ਪਿਰਤ ਆ ਜਿਹੜੇ ਦੂਜੇ ਬੰਦੇ ਮੰਗ ਰਹੇ ਆ ਤਾਂ ਇਹ ਕੁਦਰਤੀ ਤੌਰ ਤੇ ਕਾਂਗਰਸ ਪਾਰਟੀ ਚੋਂ ਗਏ ਆ। ਜੇਕਰ ਤਰਜਿੰਦਰ ਸਿੰਘ ਬਾਜਵਾ ਬਟਾਲਾ ਹਲਕੇ ਤੋਂ ਆਪਣੇ ਬੇਟੇ ਰਵੀ ਨੰਦਨ ਸਿੰਘ ਵਾਸਤੇ ਟਿਕਟ ਮੰਗਦਾ, ਰਾਣਾ ਗੁਰਜੀਤ ਸਿੰਘ ਜਿਹੜੇ ਨੇ ਸੁਲਤਾਨਪੁਰ ਲੋਧੀ ਤੋਂ ਆਪਣੇ ਬੇਟੇ ਵਾਸਤੇ ਟਿਕਟ ਮੰਗਦੇ ਨੇ, ਡਾਕਟਰ ਅਮਰ ਸਿੰਘ ਆਪਣੇ ਬੇਟੀ ਨੂੰ ਟਿਕਟ ਦਵਾ ਦਿੰਦੇ ਆ, ਬੁਰਾ ਮਹਿੰਦਰਾ ਆਪਣੇ ਬੱਚੇ ਨੂੰ ਟਿਕਟ ਦਵਾ ਦਿੰਦੇ ਆ, ਸੁਨੀਲ ਜਾਖੜ ਆਪਣੇ ਭਤੀਜੇ ਨੂੰ ਟਿਕਟ ਦਵਾ ਦਿੰਦਾ, ਤਾਂ ਕੁਦਰਤੀ ਤੌਰ ਤੇ ਇਹੋ ਜਿਹਾ ਚਲਨ ਜਿਹੜਾ ਹੁਣ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਵੇਖਣ ਨੂੰ ਮਿਲਦਾ ਪਿਆ। ਭਾਰਤੀ ਜਨਤਾ ਪਾਰਟੀ ਵਿੱਚ ਨਵੇਂ ਸ਼ਾਮਲ ਹੋਏ ਕਾਂਗਰਸ ਦੇ ਜਿਹੜੇ ਸਾਬਕਾ ਵਿਧਾਇਕ, ਮਾਫ ਕਰਨਾ, ਕਾਂਗਰਸ ਦੇ ਵਿਧਾਇਕ ਫਤਿਹ ਜੰਗ ਸਿੰਘ ਬਾਜਵਾ ਨੇ ਜਿਹੜੇ ਭਾਜਪਾ 'ਚ ਸ਼ਾਮਲ ਹੋਏ, ਜਿਹਨਾਂ ਨੂੰ ਮਾਫ ਕਰਨਾ Y+ ਕੋਟੀ ਜਿਹਨਾਂ ਨੂੰ ਮਿਲੀ ਆ, ਉਹਨਾਂ ਨੇ ਹੁਣ ਆਪਣੇ ਬੇਟਾ ਅਰਜਨ ਬਾਜਵਾ ਵਾਸਤੇ ਕਾਦੀਆਂ ਤੋਂ ਟਿਕਟ ਜਿਹੜੀ ਆ ਉਹ ਮੰਗੀ ਆ ਤਾਂ ਜੋ ਪ੍ਰਤਾਪ ਸਿੰਘ ਬਾਜਵਾ ਜਿਹੜੇ ਉਹਨਾਂ ਦੇ ਭਰਾ ਨੇ ਤੇ ਅਰਜਨ ਬਾਜਵਾ ਦਾ ਤਾਇਆ ਉਹ ਉਹਨੂੰ ਜ਼ਬਰਦਸਤ ਟੱਕਰ ਜਿਹੜੀ ਦੇ ਸਕਣ। ਹੁਣ ਇੱਥੇ ਖਾਸ ਜਿਹੜੀ ਦਿਲਚਸਪ ਗੱਲ ਇਹ ਆ ਕਿ ਜਿਹੜਾ ਕਾਦੀਆਂ ਹਲਕਾ ਉਹ ਸੰਯੁਕਤ ਸ਼੍ਰੋਮਣੀ ਅਕਾਲੀ ਦਲ ਤੋਂ ਹਿੱਸੇ ਆਇਆ ਤਾਂ ਉਥੋਂ ਸੰਯੁਕਤ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਉਮੀਦਵਾਰ ਮਾਸਟਰ ਜੋਬ ਸਿੰਘ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ। ਤਾਂ ਫਤਿਹ ਜੰਗ ਸਿੰਘ ਬਾਜਵਾ ਉਸੇ ਹੀ ਗੱਠਜੋੜ ਦੇ ਇੱਕ ਨੇਤਾ ਨੇ, ਸਰਕਰਦਾ ਨੇਤਾ ਨੇ। ਮਾਸਟਰ ਜੋਬ ਸਿੰਘ ਤੋਂ ਉਹਨਾਂ ਦਾ ਕੱਦ ਬਹੁਤ ਉੱਚਾ, ਰਾਜਨੀਤਿਕ ਪੱਖ ਤੋਂ ਗੱਲ ਕਰੀਏ ਤਾਂ ਉਹਨਾਂ ਨੇ ਉਸ ਖੇਤਰ ਤੋਂ ਆਪਣੇ ਬੇਟੇ ਵਾਸਤੇ ਅਰਜਨ ਬਾਜਵਾ ਵਾਸਤੇ ਟਿਕਟ ਮੰਗੀ। ਉਹੀ ਅਰਜਨ ਬਾਜਵਾ ਹੈ ਜਿਹਨੂੰ ਕੈਪਟਨ ਅਮਰਿੰਦਰ ਸਿੰਘ ਆਪਣੀ ਸਰਕਾਰ ਦੇ ਸਮੇਂ ਪੰਜਾਬ ਪੁਲਿਸ ਦੇ ਵਿੱਚ ਇੰਸਪੈਕਟਰ ਦੀ ਨੌਕਰੀ ਜਿਹੜਾ ਦੇਣਾ ਚਾਹੁੰਦੇ ਸਨ। ਤਾਂ ਹੁਣ ਇਹਨਾਂ ਨੇ ਟਿਕਟ ਉਹ ਮੰਗੀ ਫਤਿਹ ਜੰਗ ਸਿੰਘ ਬਾਜਵਾ ਨੇ ਕਿ ਇਹ ਟਿਕਟ ਮੇਰੇ ਬੇਟੇ ਨੂੰ ਦਿੱਤੀ ਜਾਵੇ ਤਾਂ ਜੋ ਅਸੀਂ ਉੱਥੇ ਇੱਕ ਤਰੀਕੇ ਦੇ ਨਾਲ ਇੱਕ ਜ਼ਬਰਦਸਤ ਟੱਕਰ ਜਿਹੜੀ ਆ ਉਹ ਆਪਾਂ ਪ੍ਰਤਾਪ ਸਿੰਘ ਬਾਜਵਾ ਨੂੰ ਦੇ ਸਕੀਏ। ਹੁਣ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਉਸ ਹਲਕੇ ਦੇ ਵਿੱਚ ਜਿਹੜੀ ਟੱਕਰ ਆ, ਇੱਕ ਪਾਸੇ ਤਾਂ ਮਾਹਲ ਜਿਹੜੇ ਜਗਦੇਵ ਸਿੰਘ ਮਾਹਲ ਦੇ ਬੇਟੇ ਨੂੰ ਪ੍ਰਤਾਪ ਸਿੰਘ ਮਾਹਲ, ਸ਼ਾਇਦ ਮੈਂ ਨਾਮ ਗਲਤ ਲੈ ਰਿਹਾ, ਉਹ ਟੱਕਰ ਦੇ ਰਹੇ ਨੇ। ਤਾਂ ਉਸ ਟੱਕਰ ਪ੍ਰਤਾਪ ਸਿੰਘ ਬਾਜਵਾ ਨੂੰ ਟੱਕਰ ਦੇਣ ਵਾਸਤੇ ਜ਼ਰੂਰੀ ਹੈ ਕਿ ਅਰਜਨ ਬਾਜਵੇ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇ। ਤਾਂ ਇਹ ਚਲਨ ਜਿਹੜਾ ਹੈ, ਇਹ ਚਲਨ ਕੁਦਰਤੀ ਤੌਰ ਤੇ ਇਸਨੂੰ ਮਾੜਾ ਵੀ ਆਖਿਆ ਜਾ ਸਕਦਾ ਤੇ ਚੰਗਾ ਵੀ ਆਖਿਆ ਜਾ ਸਕਦਾ, ਕਿਉਂਕਿ ਅਜੇ ਨਵੇਂ ਫਤਿਹ ਜੰਗ ਸਿੰਘ ਬਾਜਵਾ ਜਿਹੜੇ ਉਹ ਭਾਜਪਾ ਦੇ ਵਿੱਚ ਦਾਖਲ ਹੋਏ ਨੇ ਤੇ ਉਹਨਾਂ ਵੱਲੋਂ ਕੀਤੀ ਜਾ ਰਹੀ ਇਹ ਮੰਗ ਕਿੱਥੋਂ ਤੱਕ ਇਹ ਭਾਜਪਾ ਗੱਠਜੋੜ ਸਵੀਕਾਰ ਕਰਦਾ ਇਹ ਆਉਣ ਵਾਲਾ ਸਮਾਂ ਦੱਸੇਗਾ। ਪਰ ਇਸ ਨਾਲ ਜਿਹੜੇ ਕਾਦੀਆਂ ਵਿਧਾਨ ਸਭਾ ਹਲਕੇ ਦੇ ਸਮੀਕਰਨ ਨੇ ਉਹ ਜ਼ਰੂਰ ਬਦਲਦੇ ਨਜ਼ਰ ਜਿਹੜੇ ਉਹ ਆ ਰਹੇ ਨੇ। ਜੀ ਇਮਰਾਨ ਜੀ, ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਅਗਲੇ ਪ੍ਰੋਗਰਾਮ 'ਚ ਮਿਲਦੇ ਹਾਂ। ਦਿਓ ਇਜਾਜ਼ਤ, ਧੰਨਵਾਦ।